ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਨਿਊਜ਼ ਐਂਡ ਲਾਈਫਸਟਾਈਲ ਵਿਦ ਸੈਮੀ ਬਾਜਵਾ 'ਚ। ਅਸੀਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਟਰਾਂਸਫਰਮੇਸ਼ਨ ਥਰੂ ਗੁਰਬਾਣੀ, ਯਾਨੀ ਗੁਰਬਾਣੀ ਨਾਲ ਤੁਸੀਂ ਆਪਣੇ ਜੀਵਨ ਨੂੰ ਕਿੱਦਾਂ ਬਦਲ ਸਕਦੇ ਹੋ। ਇਸ ਸੀਰੀਜ਼ 'ਚ ਅਸੀਂ ਵੱਖ-ਵੱਖ ਵਿਸ਼ੇ ਜਿਹੜੇ ਗੁਰਬਾਣੀ ਤੇ ਜੀਵਨ ਜਾਂਚ ਨਾਲ ਜੁੜੇ ਹੋਏ ਹਨ ਉਹਨਾਂ ਦੀ ਡਿਸਕਸ਼ਨ ਕਰਾਂਗੇ। ਕਈ ਬਹੁਤ ਸਹਿਜ ਸੌਖੇ ਟੌਪਿਕਸ ਤੇ ਕਈ ਥੋੜੇ ਡੀਪ, ਜੋ ਅਸੀਂ ਆਮ ਤੌਰ ਤੇ ਗੱਲਾਂ ਸੁਣਦੇ ਹਾਂ ਪਰ ਕਦੀ ਇਨ ਡੈਪਥ ਸਮਝੀਆਂ ਨਹੀਂ, ਤਾਂ ਉਹ ਸਾਰੀ ਡਿਸਕਸ਼ਨ ਕੀਤੀ ਜਾਵੇਗੀ। ਇਸ 'ਚ ਸਾਡੀ ਮਦਦ ਕਰਨਗੇ ਡਾਕਟਰ ਹਰਜੀਤ ਕੌਰ। ਡਾਕਟਰ ਹਰਜੀਤ ਕੌਰ ਇੱਕ ਰਿਟਾਇਰਡ ਪ੍ਰੋਫੈਸਰ ਨੇ ਸਾਈਕੋਲੋਜੀ ਦੇ, ਤੋਂ ਇਹਨਾਂ ਦੇ ਵਿਚਾਰ ਗੁਰਬਾਣੀ ਤੇ ਜੀਵਨ ਜਾਂਚ ਨੂੰ ਲੈ ਕੇ ਬਹੁਤ ਹੀ ਵਡਮੁੱਲੇ ਹਨ। ਸੋ ਆਈ ਹੋਪ ਤੁਹਾਨੂੰ ਇਹ ਸੀਰੀਜ਼ ਬਹੁਤ ਅੱਛੀ ਲੱਗੇਗੀ। तो आओ ਵੈਲਕਮ ਕਰੀਏ ਡਾਕਟਰ ਹਰਜੀਤ ਕੌਰ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵਿਚਾਰ ਚਰਚਾ ਨੂੰ ਅੱਗੇ ਵਧਾਉਂਦਿਆਂ ਹੋਇਆਂ ਤੋਂ ਅੱਜ ਅਸੀਂ ਜਿਹੜਾ ਟੌਪਿਕ ਹੈ ਸ਼ੁਰੂ ਕਰਾਂਗੇ ਕਿ ਗੁਰਬਾਣੀ ਦੀ ਜੀਵਨ 'ਚ ਸਾਨੂੰ ਕਿਉਂ ਲੋੜ ਹੈ। ਤੋਂ ਫਿਰ ਇਸ ਦੇ ਨਾਲ ਸਿਲਸਿਲੇਵਾਰ ਜਿਵੇਂ ਜਿਵੇਂ ਸਵਾਲ ਜਿਹੜੇ ਨੇ ਉਹ ਆਉਂਦੇ ਜਾਣਗੇ ਅਤੇ ਉਹ ਮੈਡਮ ਸਾਨੂੰ ਉਹਨਾਂ ਬਾਰੇ ਜਾਣਕਾਰੀ ਜਾਂ ਜੋ ਵੀ ਸਾਡੇ ਮਨ ਦੇ ਸ਼ੰਕੇ ਨੇ ਉਹਨਾਂ ਨੂੰ ਆਪਣੇ ਵੱਲੋਂ ਐਡਰੈਸ ਕਰਨ ਦੀ ਕੋਸ਼ਿਸ਼ ਕਰਨਗੇ। ਤੋ ਸ਼ੁਰੂ ਕਰਦਿਆਂ ਹੋਇਆਂ ਸੋ ਮੈਡਮ, ਤੁਹਾਡਾ ਕੀ ਵਿਚਾਰ ਹੈ ਕਿ ਗੁਰਬਾਣੀ ਦੀ ਸਾਨੂੰ ਕੀ ਲੋੜ ਹੈ ਆਪਣੇ ਜੀਵਨ 'ਚ? ਬੇਟਾ, ਗੁਰਬਾਣੀ ਜੀਵਨ ਜਾਂਚ ਦੱਸਦੀ ਹੈ ਸਾਨੂੰ ਕੋਈ ਨਾ ਕੋਈ ਸਹਾਰਾ ਜ਼ਿੰਦਗੀ ਵਿੱਚ ਜੀਵਨ ਨੂੰ ਸੁਖੈਨ ਬਣਾਉਣ ਵਾਸਤੇ ਲੈਣਾ ਹੀ ਪੈਂਦਾ ਹੈ। ਔਰ ਹਰ ਵੇਲੇ ਅਸੀਂ ਕਿਸੇ ਮਨੁੱਖ ਦੇ ਉੱਤੇ ਆਧਾਰਿਤ ਨਹੀਂ ਰਹਿ ਸਕਦੇ। ਜੇਕਰ ਅਸੀਂ ਆਪਣੀ ਸੋਚ ਨੂੰ ਮਜ਼ਬੂਤ ਕਰ ਲਈਏ ਤੇ ਉਹ ਥੰਮ ਸਾਡਾ ਜ਼ਿੰਦਗੀ ਭਰ ਕੰਮ ਆਉਂਦਾ ਹੈ। ਅਸੀਂ ਹਮੇਸ਼ਾ ਉਸ ਦੇ ਥੱਲੇ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ। ਤਾਂ ਗੁਰਬਾਣੀ ਦਾ ਮੈਂ ਜੀਵਨ 'ਚ ਇਹੀ ਪ੍ਰਤੱਖ ਮਹਿਸੂਸ ਕੀਤਾ ਹੈ ਅਸਰ, ਕਿ ਗੁਰਬਾਣੀ ਸਾਨੂੰ ਜੀਵਨ ਦੇ ਵਿੱਚ ਕਿਸ ਤਰ੍ਹਾਂ ਢਲਣਾ ਹੈ ਔਰ ਕਿਸ ਤਰੀਕੇ ਨਾਲ ਉਸ ਜੀਵਨ ਨੂੰ ਸੁਖਾਵਾਂ ਬਣਾਉਣਾ ਹੈ, ਉਹਦਾ ਬਹੁਤ ਵਧੀਆ ਸੰਚਾਲਨ ਕਰਨ ਨੂੰ ਪ੍ਰੇਰਿਤ ਕਰਦੀ ਹੈ। ਤੋ ਗੁਰਬਾਣੀ ਆਈ ਹੈ ਗੁਰੂਆਂ ਤੋਂ, ਤੇ ਜੀਵਨ ਤਾਂ ਵਧੀਆ ਹੋ ਗਿਆ ਗੁਰਬਾਣੀ ਨਾਲ, ਜੋ ਇੱਕ ਤਰ੍ਹਾਂ ਦੀ ਇੱਕ ਗਰੰਟੀ ਆਮ ਤੌਰ 'ਤੇ ਤੁਸੀਂ ਜਿਹੜੀ ਦੇ ਦਿੱਤੀ ਜਾਂਦੀ ਹੈ ਕਿ ਗੁਰਬਾਣੀ ਪੜ੍ਹਨ ਨਾਲ, ਸੁਣਨ ਨਾਲ, ਵਿਚਾਰਨ ਨਾਲ ਜੀਵਨ ਬਦਲਦਾ ਹੈ। ਤੁਹਾਡੇ ਕੋਲ ਕੋਈ ਐਸੀ ਉਦਾਹਰਣ ਹੈ ਜਿਸ ਨਾਲ ਤੁਸੀਂ ਕਿਸੇ ਦਾ ਜੀਵਨ ਗੁਰਬਾਣੀ ਦੇ ਆਉਣ ਨਾਲ ਉਸ ਦੀ ਲਾਈਫ 'ਚ ਬਦਲਦਾ ਹੋਇਆ ਦੇਖਿਆ ਹੋਵੇ? ਬਹੁਤ ਲੋਕ ਹਨ ਮੇਰੇ ਜੀਵਨ ਦੇ ਵਿੱਚ, ਉਹਨਾਂ ਦੀ ਕਾਫੀ ਐਕਸਪੀਰੀਅੰਸ ਕੀਤਾ ਹੈ ਕਿ ਮੇਰੇ ਆਸ-ਪਾਸ ਜੋ ਲੋਕ ਰਹੇ ਹਨ ਉਹਨਾਂ ਨੇ ਕਿਵੇਂ ਆਪਣੇ ਜੀਵਨ ਦਾ ਪੱਧਰ ਵੀ ਉੱਚਾ ਕੀਤਾ ਹੈ ਔਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਦੂਜਿਆਂ ਨੂੰ ਵੀ ਸੌਖਿਆਂ ਕੀਤਾ ਹੈ। ਉਹਨਾਂ ਦਾ ਰਾਹ ਵੀ ਸੁਖਾਲਾ ਬਣਾਇਆ ਹੈ, ਕਿਉਂਕਿ ਜੋ ਗੁਰਬਾਣੀ ਨੇ ਕਿਹਾ ਉਹਨਾਂ ਨੇ ਖੁਦ ਮੰਨਿਆ ਔਰ ਆਪਣਾ ਜੀਵਨ ਉਹਦੀ ਸੇਧ ਲਿੱਤੀ ਔਰ ਦੂਸਰਿਆਂ ਨੂੰ ਵੀ ਉਹ ਸੇਧ ਪਾ ਕੇ ਬਹੁਤ ਬਹੁਤ ਉੱਚੇ ਰਾਹਾਂ 'ਤੇ ਚੱਲਣ ਲਈ ਜੋ ਹੈ ਪ੍ਰੇਰਿਤ ਕੀਤਾ ਹੈ। ਉਦਾਹਰਨ ਮੰਗਦੇ ਹੋ? ਹਾਂਜੀ। ਤੇ ਮੈਂ ਤਾਂ ਬਹੁਤ ਬਚਪਨ ਤੋਂ ਬਜ਼ੁਰਗਾਂ ਦੀ ਸੰਗਤ ਵਿੱਚ ਸੀ ਔਰ ਉਹ ਗੁਰਬਾਣੀ ਦੇ ਨੇਮੀ ਪ੍ਰੇਮੀ ਹੈ ਸਨ। ਔਰ ਮੈਂ ਦੇਖਿਆ ਕਿ ਉਹਨਾਂ ਨੇ ਜਿਸ ਤਰ੍ਹਾਂ ਸਾਡੀ ਸਮਾਜਿਕ ਵੈਲਿਊਜ਼ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਆਪਣਾ ਜੀਵਨ ਜੋ ਹੈ ਉਹ ਬੜਾ ਸਹਿਜ ਗੁਜ਼ਾਰਿਆ ਔਰ ਉਹ ਸਹਿਜਤਾ ਵਿੱਚੋਂ ਜੋ ਉਹਨਾਂ ਨੇ ਲੋਕਾਂ ਨੂੰ ਪ੍ਰਚਾਰਿਆ, ਔਰ ਇਹ ਨਹੀਂ ਕਿ ਮਤਲਬ ਕਿਸੇ ਪਲੈਟਫਾਰਮ ਤੋਂ ਪ੍ਰਚਾਰਿਆ, ਕਿ ਉਹਨਾਂ ਦੇ ਜੀਵਨ ਦੀ ਸ਼ੈਲੀ ਐਸੀ ਸੀ ਕਿ ਉਹ ਇੱਕ ਤਰ੍ਹਾਂ ਦਾ ਪ੍ਰਚਾਰ ਹੀ ਸੀ ਕਿ ਗੁਰਬਾਣੀ ਦੇ
ਇੱਕ ਇੱਕ ਅੱਖਰ ਦੀ ਮਹਾਨਤਾ ਉਹਨਾਂ ਦੇ ਆਸ-ਪਾਸ ਆਉਣ ਵਾਲੇ ਸੁਣਨ ਵਾਲੇ ਉਹ ਮਹਿਸੂਸ ਕਰ ਸਕਦੇ ਸਨ ਔਰ ਉਸੇ ਤਰੀਕੇ ਦੇ ਨਾਲ ਆਪਣਾ ਜੀਵਨ ਚਲਾਉਂਦੇ ਰਹੇ ਹਨ। ਇਹ ਮੇਰੇ ਲਈ ਬੜੀ ਇੱਕ ਮਹੱਤਵਪੂਰਨ ਗੱਲ ਹੈ। ਔਰ ਮੈਂ ਚਾਹਾਂਗੀ ਕਿ ਜਿਹੜੇ ਗੁਰਬਾਣੀ ਪੜ੍ਹਨ, ਵਿਚਾਰਨ ਔਰ ਗੂੜ੍ਹੀ ਸਮਝ ਰੱਖਣ ਵਾਲੇ ਲੋਕ ਹਨ, ਉਹਨਾਂ ਦੀ ਸੰਗਤ ਵਿੱਚ ਅਸੀਂ ਸਾਰੇ ਆਈਏ ਤਾਂ ਕਿ ਉਹਨਾਂ ਦੀਆਂ ਵਾਈਬ੍ਰੇਸ਼ਨਸ ਨੂੰ ਮਹਿਸੂਸ ਕਰ ਸਕੀਏ ਔਰ ਆਪਣੇ ਜੀਵਨ ਨੂੰ ਵਧੀਆ ਤੋਂ ਵਧੀਆ ਸੰਚਾਲਿਤ ਕਰ ਸਕੀਏ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਕੀ ਹੈ? ਅੰਧੇਰੇ ਤੋਂ ਪ੍ਰਕਾਸ਼ ਵੱਲ ਲਿਜਾਣ ਦਾ ਇੱਕ ਮਾਧਿਅਮ। ਜੇ ਅਸੀਂ ਅਗਿਆਨਤਾ ਦੇ ਅੰਧੇਰੇ ਵਿੱਚ ਫਸੇ ਹਾਂ ਤੇ ਗਿਆਨ ਦਾ ਪ੍ਰਕਾਸ਼ ਉਹ ਗੁਰੂ ਨੇ ਕਰਵਾਉਣਾ। ਉਹ ਜਿਹੜਾ ਪ੍ਰਕਾਸ਼ ਹੈ ਉਹਦੇ ਨਾਲ ਹੀ ਸਾਡਾ ਅਗਿਆਨਤਾ ਕੀ ਹੈ? ਅਸੀਂ ਨਹੀਂ ਜਾਣਦੇ ਕਿ ਅਸੀਂ ਕੌਣ। ਜਿਸ ਘੜੀ ਸਾਨੂੰ ਆਪਣੀ ਹੋਂਦ ਦਾ ਪਤਾ ਲੱਗ ਗਿਆ ਔਰ ਆਪਣੇ ਆਪ ਦੀ ਪਛਾਣ ਹੋ ਗਈ ਤੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਾਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਹੁਣ ਕਹੋਗੇ ਜੋਤ ਸਰੂਪ ਕੀ ਹੈ? ਜੋਤ ਦਾ ਮਤਲਬ ਹੈ ਕਿ ਆਤਮ ਰੂਪ ਹੋਣਾ, ਕਿ ਮੇਰੀ ਜੋਤ ਹੀ ਸਾਰਿਆਂ 'ਚ ਵਿਦਮਾਨ ਹੈ। ਜੇ ਮੈਂ ਜਿੰਦਾ ਜਾਗਦਾ ਹਾਂ ਇਸ ਕਰਕੇ ਕਿ ਮੈਂ ਆਤਮਾ ਨਾਲ ਜੁੜਿਆ ਹੋਇਆ, ਮੇਰੇ ਅੰਦਰ ਆਤਮਾ ਦਾ ਪ੍ਰਕਾਸ਼ ਹੈ ਔਰ ਉਹੀ ਜੀਵਨ ਹਰ ਮਨੁੱਖ, ਹਰ ਪ੍ਰਾਣੀ, ਹਰ ਜੀਵ ਜੰਤੂ ਵਿੱਚ ਹੈ। ਇਸ ਕਰਕੇ ਸਾਰੇ ਆਤਮ ਰੂਪ ਹਨ। ਤੋ ਇਸ ਤੁਸੀਂ ਬੜੇ ਗਹਿਰੇ ਸ਼ਬਦ ਵਰਤੇ ਨੇ, ਤੋ ਕੀ ਤੁਸੀਂ ਇਹ ਦੱਸ ਸਕਦੇ ਹੋ ਮਨ ਤੇ ਆਤਮਾ ਇਹ ਕੀ ਨੇ? ਹਾਂਜੀ, ਆਤਮਾ ਆਪਣੇ ਆਪ ਵਿੱਚ ਨਿਸ਼ਕਿਰਿਆ ਹੈ। ਜਦੋਂ ਇਹ ਸਰੀਰ ਦੇ ਵਿੱਚ ਪ੍ਰਕਾਸ਼ਮਾਨ ਹੁੰਦੀ ਹੈ ਤੇ ਮਨ ਵਰਕ ਕਰਦਾ। ਜਦ ਤੱਕ ਆਤਮਾ ਦਾ ਇਹ ਪੰਜ ਭੌਤਿਕ ਸਰੀਰ ਦੇ ਨਾਲ ਕਨੈਕਸ਼ਨ ਨਹੀਂ ਬਣਦਾ ਤਦ ਤੱਕ ਮਨ ਐਕਟੀਵੇਟ ਨਹੀਂ ਹੁੰਦਾ। ਸੋ ਜਿਵੇਂ ਤੁਸੀਂ ਦੇਖੋ ਟਿਊਬ ਲਾਈਟ ਹੈ, ਜਦੋਂ ਇਲੈਕਟ੍ਰਿਸਿਟੀ ਟਿਊਬ ਦੇ ਵਿੱਚੋਂ ਲੰਘੇਗੀ ਫੇਰ ਹੀ ਟਿਊਬ ਨੇ ਪ੍ਰਕਾਸ਼ਮਾਨ ਹੋਣਾ। ਉਹਦੇ ਵਾਸਤੇ ਤੁਸੀਂ ਉਹ ਸਵਿਚ ਔਨ ਕਰਦੇ ਹੋ। ਇਸੇ ਤਰ੍ਹਾਂ ਮਾਤਾ ਦੇ ਉਦਰ ਦੇ ਵਿੱਚ ਜਿਸ ਦਿਨ ਆਤਮ ਪ੍ਰਵੇਸ਼ ਹੁੰਦਾ ਹੈ ਤੇ ਬੱਚੇ ਦੇ ਵਿੱਚ ਹਰਕਤ ਆਉਂਦੀ ਹੈ, ਉਹ ਹਰਕਤ ਉਹਦੇ ਸਾਰੇ ਸਿਸਟਮ ਨੂੰ ਐਕਟੀਵੇਟ ਕਰਦੀ ਹੈ। ਪਹਿਲੇ ਨਹੀਂ ਹੁੰਦਾ, ਉਸ ਤੋਂ ਪਹਿਲੇ ਸਿਰਫ ਉਹ ਪੰਜ ਭੂਤਕ ਇੱਕ ਮਦਰ ਦੇ ਵੂਮ ਵਿੱਚ ਇੱਕ ਫੀਟਸ ਦੀ ਤਰ੍ਹਾਂ ਪਿਆ ਹੁੰਦਾ ਹੈ। ਲੇਕਿਨ ਬੱਚਾ ਉਦੋਂ ਜਾਨਦਾਰ ਬਣਦਾ ਹੈ ਜਿਸ ਘੜੀ ਆਤਮਾ ਉਹਦੇ ਨਾਲ ਕਨੈਕਟ ਹੁੰਦੀ ਹੈ। ਸੋ ਇਸ ਵਿੱਚ ਤੇ ਔਨ ਹੋ ਗਿਆ, ਲੇਕਿਨ ਬੇਸ਼ੱਕ ਉਦੋਂ ਬੱਚੇ ਦੀ ਫਾਰਮੇਸ਼ਨ ਹੋ ਚੁੱਕੀ ਹੈ, ਲੇਕਿਨ ਨਰਵਸ ਸਿਸਟਮ ਐਕਟੀਵੇਟ ਵੀ ਆਤਮਾ ਦੇ ਆਉਣ 'ਤੇ ਹੀ ਹੁੰਦਾ। ਅਤੇ ਉਹ ਆਤਮਾ ਦੀ ਜਿਹੜੀ ਉਹ ਡਿਵੈਲਪਮੈਂਟ ਹੈ, ਆਤਮਾ ਜੋ ਹੈ ਉਹ ਮਨ ਨੂੰ ਡਿਵੈਲਪ ਕਰਦਾ ਹੈ। ਮਤਲਬ ਉਹਦੇ ਨਾਲ ਉਹ ਪ੍ਰੇਰਿਤ ਹੁੰਦਾ, ਹਲਚਲ ਹੁੰਦੀ ਹੈ ਔਰ ਉਹ ਨਰਵਸ ਸਿਸਟਮ ਕੰਮ ਕਰਦਾ। ਅਤੇ ਮਾਈਂਡ ਜਾਂ ਮਨ ਕੀ ਹੈ? ਜੋ ਐਕਟੀਵਿਟੀ ਆਫ ਨਰਵਸ ਸਿਸਟਮ, ਅਤੇ ਉਹ ਨਰਵਸ ਸਿਸਟਮ ਜੋ ਹੈ ਉਹ ਬੱਚੇ ਦਾ ਚਾਲੂ ਹੋ ਜਾਂਦਾ ਆਤਮਾ ਦੇ ਹੋਣ ਦੇ ਨਾਲ। ਸੋ ਇਸ ਕਰਕੇ ਆਤਮਾ ਨੇ ਆਪ ਕੁਛ ਨਹੀਂ ਕਰਨਾ, ਪਰ ਉਹਦੀ ਹੋਣ ਤੋਂ ਬਿਨਾਂ ਮਨ ਨੇ ਨਹੀਂ ਚੱਲਣਾ। ਸੋ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕੋ ਆਤਮਾ ਹੀ ਪ੍ਰਕਾਸ਼ਮਾਨ ਹੈ, ਲੇਕਿਨ ਮਨ ਆਪਣੇ ਸੰਸਕਾਰਾਂ ਨਾਲ ਜੁੜਿਆ ਹੈ। ਇਸ ਕਰਕੇ ਹਰ ਮਨ, ਹਰ ਮਨੁੱਖ ਅਲੱਗ-ਅਲੱਗ ਤਰੀਕੇ ਨਾਲ ਐਕਟੀਵੇਟ ਹੁੰਦਾ ਹੈ
ਅਲੱਗ-ਅਲੱਗ ਤਰ੍ਹਾਂ ਨਾਲ ਕੰਮ ਕਰਦਾ ਹੈ ਔਰ ਅਲੱਗ-ਅਲੱਗ ਤਰ੍ਹਾਂ ਨਾਲ ਸੋਚਦਾ ਹੈ, ਕਿਉਂਕਿ ਇਹ ਆਤਮਾ ਜਿਉਂ ਹੀ ਮਨੁੱਖੀ ਸਰੀਰ ਨਾਲ ਕਨੈਕਟ ਹੁੰਦੀ ਹੈ ਤੇ ਉਹਦੇ ਨਾਲ ਇੱਕ ਅੰਤःਕਰਨ ਬਣਦਾ ਹੈ, ਜਿਹਦੇ 4 ਅੰਗ ਹਨ: ਮਨ, ਬੁੱਧੀ, ਮਨ ਬੁੱਧੀ ਮਤਲਬ ਚਤੁਸ਼ਟਾ ਅੰਤःਕਰਨ। ਇਸ ਉੱਤੇ ਥੋੜੀ ਚਾਨਣਾ ਪਾਓਗੇ? ਹਾਂ, ਕਰਨ ਕੀ ਹੈ, ਆਤਮਾ ਦਾ ਸਰੀਰ ਦੇ ਨਾਲ ਜਦੋਂ ਕਨੈਕਸ਼ਨ ਬਣਦਾ ਹੈ ਤੇ ਮਨ, ਬੁੱਧੀ, ਚਿੱਤ ਔਰ ਅਹੰਕਾਰ, ਇਹ ਮਤਲਬ ਨਰਵਸ ਸਿਸਟਮ ਦੇ ਵਿੱਚ ਜੋ ਐਕਟੀਵੇਸ਼ਨ ਹੋਏਗੀ ਤੇ ਉਹਦੇ ਨਾਲ ਮਨ, ਬੁੱਧੀ, ਚਿੱਤ ਔਰ ਅਹੰਕਾਰ ਜੋ ਹੈ ਉਹ ਬਣ ਜਾਏਗਾ ਔਰ ਬੰਦਾ। ਅੰਤःਕਰਨ ਨੂੰ ਇਹ ਕਹਿੰਦਾ ਅੰਤःਕਰਨ ਜੋ ਹੈ ਉਹ ਉਹਦੇ 4 ਭਾਗ ਹਨ। ਓਕੇ। 4 ਚਤੁਸ਼ਟਾ ਅੰਤःਕਰਨ, ਚਤੁਸ਼ਟਾ ਮੈਨੇ 4 ਤੇ ਅੰਤःਕਰਨ ਦੇ 4 ਕਿਹੜੇ ਅੰਗ ਹਨ, ਮਤਲਬ ਜਿਸ ਤਰ੍ਹਾਂ ਉਹ ਐਕਟ ਕਰਦਾ ਉਸ ਤਰ੍ਹਾਂ ਉਹਦੇ ਨਾਮ ਬਣ ਜਾਂਦੇ ਨੇ। ਤੋ ਸਾਡੇ ਹੁਣ ਇਹ ਸ਼ਬਦ ਤੇ ਬੜੇ ਔਖੇ ਨੇ, ਪਰ ਆਮ ਜ਼ਿੰਦਗੀ ਵਿੱਚ ਅਸੀਂ ਜਿੱਦਾਂ ਤੁਸੀਂ 4 ਇਹਨਾਂ ਦਾ ਨਾਮ ਦੱਸਿਆ, ਇਹਨਾਂ ਦੀ ਕੀ ਮਹੱਤਤਾ ਹੈ ਤੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਕਿਵੇਂ ਜੋੜ ਕੇ ਦੇਖਣਾ ਚਾਹੀਦਾ ਹੈ? ਹਾਂਜੀ, ਮਨ ਦਾ ਕੰਮ ਹੈ ਸੰਕਲਪ ਵਿਕਲਪ ਕਰਨਾ, ਥਿਰ ਨਹੀਂ ਰਹਿਣਾ। ਇਸ ਦੀ ਐਗਜ਼ਾਮਪਲ ਦੇ ਸਕਦੇ ਹੋ? ਸਾਰੀ ਜ਼ਿੰਦਗੀ ਅਸੀਂ ਕਦੀ ਕੋਈ ਇੱਕ ਵਿਚਾਰ ਕਰਦੇ ਹਾਂ, ਫਿਰ ਉਹਨੂੰ ਢਾਉਂਦੇ ਹਾਂ, ਫਿਰ ਦੂਸਰਾ ਵਿਚਾਰ ਕਰਦੇ ਹਾਂ, ਫਿਰ ਸਾਨੂੰ ਉਹ ਠੀਕ ਨਹੀਂ ਲੱਗਦਾ, ਅਸੀਂ ਉਸ ਤੋਂ ਅੱਗੇ ਕਰਦੇ ਹਾਂ। ਕਈ ਵਾਰੀ ਇਹ ਸੰਕਲਪ ਵਿਕਲਪ ਜੋ ਹੈ, ਯਾਨੀ ਕਿ ਇੱਕ ਥਾਟ ਤੇ ਦੂਜੀ ਥਾਟ ਤੋਂ ਤੀਸਰੀ ਥਾਟ, ਆਮ ਮੁਹਾਰੇ ਸਾਡੇ ਅੰਦਰ ਆਈ ਜਾਂਦੇ। ਮਨ ਕਦੀ ਵਿਹਲਾ ਨਹੀਂ ਬੈਠਦਾ, ਜਿਵੇਂ ਬੰਦਰ ਕਦੀ ਵਿਹਲਾ ਨਹੀਂ ਬੈਠਦਾ, ਮਨ ਵੀ ਕਦੀ ਵਿਹਲਾ ਨਹੀਂ ਬੈਠਦਾ। ਤਾਂ ਹੁਣ ਉਹ ਮਨ ਨੂੰ ਗੁਰਬਾਣੀ ਕਹਿੰਦੀ ਹੈ ਕਿ ਵੀ ਇਸ ਮਨ ਨੂੰ ਫਿਰ ਕੰਟਰੋਲ ਕਿਵੇਂ ਕਰਨਾ ਹੈ, ਤੇ ਉਹ ਹੈ ਨਾਮ ਦਾ ਚਿਤਵਨ ਕਰਨਾ। ਨਾ ਇੱਕ ਪਾਸੇ ਇਹਨੂੰ ਲਾ ਦਿਓ ਤੇ ਫਿਰ ਇਹ ਤੁਹਾਨੂੰ ਤੰਗ ਨਹੀਂ ਕਰਦਾ, ਨਹੀਂ ਤੇ ਕਹੇਗਾ ਚੱਲ ਰੈਸਟੋਰੈਂਟ ਚਲੀਏ, ਚੱਲ ਪਾਰਕ ਚਲੀਏ, ਚੱਲ ਇੱਧਰ ਚਲੀਏ, ਚੱਲ ਇਹ ਖਾ ਲਈਏ, ਚੱਲ ਉਹ ਲੈ ਲਈਏ, ਚੱਲ ਉਹ ਵਸਤੂ ਬਣਾ ਲਈਏ, ਬਸ ਭਰੀ ਜਾਈਏ, ਘਰ ਭਰੀ ਜਾਈਏ, ਕੁਝ ਬਣ ਜਾਈਏ। ਸਾਰੇ ਵਿਚਾਰ ਇਹਨੇ ਇੱਕਦਮ ਇਕੱਠੇ ਕਰ ਦੇਣੇ। ਹੁਣ ਜਦੋਂ ਬਹੁਤ ਸਾਰਾ ਇਕੱਠਾ ਕਰ ਦਿੰਦਾ ਤੇ ਉਹਦੇ ਵਿੱਚ ਹੁਣ ਦੂਸਰਾ ਭਾਗ ਮਨ ਦਾ ਐਕਟੀਵੇਟ ਹੁੰਦਾ, ਉਹ ਹੈ ਵੀ ਸਾਰੇ ਕੰਮ ਤਾਂ ਕੀਤੇ ਨਹੀਂ ਜਾ ਸਕਦੇ, ਤੇ ਬੁੱਧੀ ਜਿਹੜੀ ਹੈ ਉਹ ਫਿਰ ਸਾਨੂੰ ਗਾਈਡ ਕਰਦੀ ਹੈ। ਚਤੁਸ਼ਟਾ ਅੰਤःਕਰਨ ਦੇ ਵਿੱਚ ਹੁਣ ਦੂਸਰਾ ਭਾਗ ਹੈਗਾ ਬੁੱਧੀ। ਜੇ ਮਨ ਨੇ ਤਾਂ ਕਰੀ ਜਾਣਾ, ਸੋਚੀ ਜਾਣਾ, ਇੱਕ ਤੋਂ ਇੱਕ ਵਿਚਾਰ ਲਿਆਈ ਜਾਣੇ, ਪਰ ਬੁੱਧੀ ਨੇ ਕਹਿਣਾ ਕਿ ਕਿਹੜਾ ਇਸ ਵੇਲੇ ਵਾਜਬ ਵਿਚਾਰ ਹੈ, ਮੇਰੇ ਲਈ ਕਿਹੜਾ ਚੰਗਾ ਹੈ, ਇਹਦਾ ਅੱਗਾ ਪਿੱਛਾ ਕੀ ਹੈ, ਕਿਹੜੇ ਵਿਚਾਰ ਨਾਲ ਮੈਂ ਸੁਖੀ ਹੋ ਸਕਦਾ, ਕਿਹੜੇ ਵਿਚਾਰ ਨਾਲ ਮੈਂ ਦੁਖੀ ਹੋ ਸਕਦਾ। ਤਾਂ ਉਹ ਬੁੱਧੀ ਨੇ ਸੋਚ ਕੇ ਦੱਸਣਾ। ਮਨ, ਬੁੱਧੀ ਔਰ ਚਿੱਤ ਨੇ ਫਿਰ ਉਹ ਚਿੰਤਨ ਕਰਨਾ ਵੀ, ਜੇ ਚਿੰਤਨ ਦਾ ਮਤਲਬ ਇਹ ਕਿ ਉਹਦੇ ਪ੍ਰੋਸ ਐਂਡ ਕੌਨਸ ਪੂਰੇ ਸੋਚਣੇ ਹੈ ਔਰ ਉਹਨੂੰ ਆਪਣੇ ਫਿਊਚਰ ਨਾਲ ਵੀ ਲਾਣਾ। ਪਾਸਟ ਵਿੱਚ ਜੋ ਮੈਨੂੰ ਦੁੱਖ ਹੋਇਆ ਕਿਸੇ ਕੰਮ ਨੂੰ ਕਰਕੇ ਤੇ ਉਹਦੇ ਤੋਂ ਕਿੱਦਾਂ ਪਿੱਛੇ ਹਟਣਾ, ਤਾਂ ਇਹ ਜੋ ਹੈ ਇਹ ਚਿੱਤ ਨੇ ਚਿਤਵਨ ਕਰਕੇ ਦੱਸਣਾ ਕਿ ਇਹ ਉਹਦਾ ਕੀ ਕੌਨਸੀਕੁਐਂਸਿਸ ਮੈਂ ਭੋਗੇ ਨੇ। ਸੋ ਬੁੱਧੀ ਨੇ ਵਿਚਾਰਾਂ ਨੂੰ ਪਿਕ ਕੀਤਾ, ਚਿੱਤ ਨੇ ਚਿਤਵਨ ਕੀਤਾ, ਔਰ ਅਹੰਕਾਰ ਉਹਦੇ ਵਿੱਚ ਜਿਹੜੀ ਸਿਲੈਕਸ਼ਨ ਕੀਤੀ ਵਿਚਾਰਾਂ ਦੀ, ਚਾਹੇ ਉਹ ਰਾਈਟ ਸੀ ਜਾਂ ਰੋਂਗ ਸੀ, ਤੇ ਉਹ ਬੰਦੇ ਨੇ ਉਹਨੂੰ ਆਪਣਾ ਅਹੰਕਾਰ ਬਣਾ ਲਿਆ ਕਿ ਇਹ ਮੇਰਾ ਖਿਆਲ ਹੈ, ਇਹ ਮੈਂ ਇਸ ਰਸਤੇ ਚੱਲਦਾ, ਮੈਂ ਬੜਾ ਪਰਉਪਕਾਰੀ, ਮੈਂ ਇਸ ਰਸਤੇ ਚੱਲਦਾ, ਮੈਂ ਮਹਾਪਾਪੀ। ਸੋ ਮਨੁੱਖ ਆਪਣੇ ਆਪ ਨੂੰ ਆਪ ਹੀ ਲੇਬਲ ਕਰਨਾ ਸ਼ੁਰੂ ਕਰ ਦਿੰਦਾ, ਔਰ ਜਿਉਂ ਮੈਂ ਬੜਾ ਵੱਡਾ ਨੇਤਾ, ਮੈਂ ਬੜਾ ਵੱਡਾ ਟੀਚਰ, ਉਹ ਕੀ ਹੈ, ਇਹ ਅਹੰਕਾਰ, ਕਿ ਫਿਰ ਆਪਣੀ ਜਿਹੜੀ ਆ ਆਈਡੈਂਟਿਟੀ ਬਣਾਉਣਾ। ਜੋ ਮਨ ਨੇ ਸੰਕਲਪ ਵਿਕਲਪ ਕਰ ਲਏ, ਬੁੱਧੀ ਨੇ ਉਹਨੂੰ ਪਿਕ ਕਰਾ ਲਿਆ ਵਿਚਾਰ, ਚਿੱਤ ਨੇ ਚਿਤਵਨ ਕੀਤਾ ਕਿ ਵੀ ਕਿਵੇਂ ਇਹ ਠੀਕ ਹੈ, ਕਿਵੇਂ ਇਹ ਗਲਤ ਹੈ, ਔਰ ਐਂਡ ਵਿੱਚ ਆਈਡੈਂਟੀਫਿਕੇਸ਼ਨ ਹੈ,
ਉਹ ਸਾਡੀ ਪਰਸਨੈਲਿਟੀ ਬਣਾਉਂਦਾ ਹੈ। ਅਹੰਕਾਰ ਨਾਲ ਸਾਡੀ ਇੱਕ ਤਰ੍ਹਾਂ ਦੀ ਪਰਸਨੈਲਿਟੀ ਬਣਦੀ ਹੈ, ਈਗੋ ਜਿਹਨੂੰ ਕਹਿੰਦੇ ਆ ਫਰਾਇਡ ਦੀ ਸਾਈਕੋਲੋਜੀ 'ਚ। ਅਤੇ ਉਹ ਦੈਟ ਇਜ਼ ਇੰਪੋਰਟੈਂਟ। ਔਰ ਜੇ ਈਗੋ ਨਾ ਹੋਵੇ ਇਨਸਾਨ ਦੇ ਵਿੱਚ, ਤੇ ਉਹਦੀ ਹੋਂਦ ਵੀ ਜਿਹੜੀ ਹੈ ਉਹ ਨੋਰਮਲ ਜਾਂ ਸਬ ਨੋਰਮਲ ਜਾਂ ਅਬਵ ਨੋਰਮਲ, ਇਹ ਜੋ ਕਹੀ ਜਾਂਦੀ ਜਾ ਸਕਦੀ ਹੈ। ਤਾਂ ਇਸ ਕਰਕੇ ਸਾਡਾ ਅਹੰਕਾਰ, ਈਗੋ ਹੀ ਉਹ ਸਾਨੂੰ ਨੋਰਮਲ ਤੋਂ ਐਬਨੋਰਮਲ ਜਾਂ ਸੁਪਰ ਨੋਰਮਲ ਇਹ ਬਣਾਉਂਦੀ ਹੈ। ਚਲੋ, ਤਾਂ ਇਹ ਅੰਤਾਕਰਨ ਦੇ ਕੰਮ ਨੇ। ਹਾਂਜੀ। ਤੇ ਇਹ ਤੇ ਮੈਨੂੰ ਲੱਗਦਾ ਇੱਕ ਆਪਣੇ ਆਪ 'ਚ ਇੱਕ ਡਿਫਰੈਂਟ ਵਿਸ਼ਾ ਬਣੇਗਾ ਇੱਕ ਹਾਂਜੀ ਐਪੀਸੋਡ ਹਾਂਜੀ ਲਈ। ਤੋਂ ਪਰ ਅਸੀਂ ਮੁੜ ਆਪਣੀ ਮੇਨ ਗੱਲ ਤੇ ਆਉਂਦੇ ਹੋਏ ਕਿ ਹਾਂਜੀ ਜਿਹੜਾ ਮਨ, ਆਤਮਾ ਤੇ ਗੁਰਬਾਣੀ, ਤੇ ਤੁਸੀਂ ਟੌਪਿਕ ਜਿਹੜਾ ਇੰਟਰੋਡਿਊਸ ਕੀਤਾ ਇੱਕ ਕਨਸੈਪਟ ਚਤੁਸ਼ਟਾ ਅੰਤःਕਰਨ ਦਾ। ਹਾਂਜੀ ਤੇ ਹੁਣ ਜਿਹੜਾ ਹੁਣ ਇਹ ਕੜੀ ਕਿੱਥੇ ਜੁੜਦੀ ਹੈ? ਕਿਉਂਕਿ ਗੁਰਬਾਣੀ ਦਾ ਆਧਾਰ ਤੇ ਮੇਨਲੀ ਤੁਹਾਡੇ ਮਨ ਨੂੰ ਸਮਝਾਉਣਾ, ਮਨ ਦੀ ਅਵਸਥਾ ਨੂੰ ਉੱਚਾ ਕਰਨਾ। ਤੋ ਇਹ ਸਾਰੀਆਂ ਚੀਜ਼ਾਂ ਗੁਰਬਾਣੀ ਦੇ ਥਰੂ ਕਿੱਦਾਂ ਜੁੜਦੀਆਂ ਨੇ? ਅਤੇ ਜੇ ਤੁਹਾਡੇ ਕੋਲ ਕੋਈ ਗੁਰਬਾਣੀ ਦੇ ਰੈਫਰੈਂਸ ਹੋਣ ਜਿਸ ਨਾਲ ਅਸੀਂ ਇਸ ਨੂੰ ਹੋਰ ਤੁਹਾਡੇ ਵਿਚਾਰਾਂ ਨੂੰ ਹੋਰ ਡੂੰਘਾਈ ਨਾਲ ਸਮਝ ਸਕੀਏ। ਜਿਸ ਤਰ੍ਹਾਂ ਮਨ ਨੂੰ ਤੁਹਾਨੂੰ ਦੱਸਿਆ ਮੈਂ, ਜਿਸ ਤਰ੍ਹਾਂ ਵਿਚਾਰ 'ਚ ਲਿਆਂਦਾ ਕਿ ਮਨ ਸੰਕਲਪ ਵਿਕਲਪ ਕਰਦਾ, ਤੇ ਵਿਚਾਰ ਕਰਦੇ ਕਰਦੇ ਜੈਸੀ ਮਤ ਦੇ ਤੈਸਾ ਪ੍ਰਗਾਸ। ਮਤ ਮਤਲਬ ਬੁੱਧੀ, ਜੈਸੀ ਜੈਸੀ ਬੁੱਧੀ ਉਹਨਾਂ ਵਿਚਾਰਾਂ ਨੂੰ ਪਿਕ ਕਰਦੀ ਹੈ, ਚੁਣਦੀ ਹੈ, ਤੈਸਾ ਤੈਸਾ ਉਹਨੂੰ ਅੱਗੋਂ ਰਾਹ ਮਿਲਦਾ। ਉਹ ਜਿਹਾ ਪ੍ਰਕਾਸ਼ਮਾਨ ਹੁੰਦਾ ਕਿ ਵੀ ਕਿਸੇ ਦੀ ਬੁੱਧੀ ਮੈਥਮੈਟਿਕਸ ਵਿੱਚ ਜ਼ਿਆਦਾ ਚੱਲ ਸਕਦੀ ਹੈ, ਕਿਸੇ ਦੀ ਬੁੱਧੀ ਸਾਇੰਸ ਵਿੱਚ ਜ਼ਿਆਦਾ ਚੱਲੇਗੀ, ਕਿਸੇ ਦੀ ਲਿਟਰੇਚਰ 'ਚ ਜ਼ਿਆਦਾ ਚੱਲੇਗੀ। ਜੈਸੀ ਮਤ ਦੇ ਤੈਸਾ ਪ੍ਰਕਾਸ਼। ਮਨ ਤਾਂ ਸਾਰਿਆਂ ਕੋਲ ਹੈ, ਲੇਕਿਨ ਬੁੱਧੀ ਨੇ ਪ੍ਰਕਾਸ਼ਮਾਨ ਕਰਨਾ, ਉਹਨੂੰ ਰਸਤਾ ਦੇਣਾ। ਅਤੇ ਚਿੱਤ ਨੇ ਫਿਰ ਜੋ ਹੈ ਉਹ ਉਸ ਨੂੰ ਦ੍ਰਿੜ ਕਰਨਾ ਕਿ ਵੀ ਮੈਂ ਦ੍ਰਿੜ ਨਿਸ਼ਚਾ ਕਰ ਲਿਆ ਕਿ ਹੁਣ ਮੈਂ ਇਹ ਕੰਮ ਕਰਨਾ। ਮਨ ਮੈਂ ਚਿਤਵਨੀ ਕਿ ਵੀ ਹੁਣ ਕਿਹੜੇ ਰਾਹ ਵਿੱਚ ਚੱਲਣਾ। ਇਹ ਗੁਰਬਾਣੀ ਦੀ ਤੁਕ ਹੈ। ਅਤੇ ਅਹੰਕਾਰ ਤੋਂ ਤਾਂ ਕੋਈ ਨਹੀਂ ਬਚਿਆ। ਵੱਡੇ ਵੱਡੇ ਜੋ ਦੀਸੇ ਲੋਕ, ਉਹ ਆਪਣੇ ਆਪ ਨੂੰ ਵੱਡਾ, ਰਾਵਣ ਵੀ ਕਹਿੰਦਾ ਮੈਂ ਵੱਡਾ, ਸੰਤ ਵੀ ਕਹਿੰਦਾ ਮੈਂ ਵੱਡਾ। ਸੋ ਕਹਿਣ ਤੋਂ ਭਾਵ ਹੈ ਕਿ ਆਪਣੇ ਸਫੀਅਰ ਦੇ ਵਿੱਚ ਜਿਹੜੀ ਸਕਿੱਲ ਲੈ ਕੇ ਅੱਗੇ ਵਧਿਆ ਹੈ, ਜਿਸ ਚੀਜ਼ ਦਾ ਉਹਨੇ ਚਿੰਤਨ ਕੀਤਾ, ਉਹ ਵੱਡਾ ਹੀ ਹੈ। ਉਹ ਇਹ ਨਹੀਂ, ਪਰ ਸਭ ਤੋਂ ਵੱਡਾ ਕੌਣ ਹੈ? ਤਾਂ ਸਭ ਤੋਂ ਵੱਡਾ ਜੋ ਹੈ ਉਹ ਪ੍ਰਭੂ ਪਰਮੇਸ਼ਰ ਆਪ ਹੈ, ਜਿਸ ਨੇ ਸਾਨੂੰ ਮਨ ਦਿੱਤਾ, ਬੁੱਧੀ ਦਿੱਤੀ, ਚਿੱਤ ਦਿੱਤਾ, ਅਹੰਕਾਰ ਦਿੱਤਾ। ਸਭ ਤੋਂ ਵੱਡਾ ਸਾਡੇ ਅੰਤःਕਰਨ ਦਾ ਬਣਾਉਣ ਵਾਲਾ, ਸਾਡੀ ਆਤਮਾ ਨੂੰ ਚਲਾਉਣ ਵਾਲਾ ਉਹ ਪਰਮਾਤਮਾ ਹੈ। ਤਾਂ ਇਸ ਕਰਕੇ ਗੁਰਬਾਣੀ ਦੇ ਵਿੱਚ ਇੱਕ ਸਾਨੂੰ ਕਹੀ ਗਈ ਹੈ, ਸੇਧ ਦਿੱਤੀ ਗਈ ਹੈ, ਆਤਮ ਪਰਾਤਮ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਜਰੇ। ਸੋ ਮਨ ਨੇ, ਬੁੱਧੀ ਨੇ, ਚਿੱਤ ਨੇ ਕਈ ਵਾਰੀ ਸਾਨੂੰ ਦੁਬਿਧਾ 'ਚ ਪਾਉਣਾ। ਇਹ ਦੁਬਿਧਾ ਵਿੱਚੋਂ ਕੱਢਣ ਵਾਲਾ ਕੌਣ ਹੈ? ਉਹ ਕੱਢਣ ਵਾਲਾ ਸਾਨੂੰ ਇੱਕ ਆਤਮ ਤੇ ਪਰਮਾਤਮ ਰੂਪ ਪ੍ਰਭੂ ਆਪ ਹੈ। ਅਸੀਂ ਉਹਨੂੰ ਨਤਮਸਤਕ ਹੋਵਾਂਗੇ, ਸਾਰੀ ਦੁਬਿਧਾ ਤੋਂ ਦੂਰ ਹੋ ਜਾਵਾਂਗੇ। ਨਹੀਂ ਤੇ ਸੰਕਲਪ ਵਿਕਲਪ ਮਨ ਸਾਨੂੰ ਖੜਾ ਵੀ ਕਰਦਾ ਰਹੇਗਾ, ਗਿਰਾਉਂਦਾ ਵੀ ਰਹੇਗਾ, ਕਿਉਂਕਿ ਮਨ ਦਾ ਧਰਮ ਹੀ ਹੈ ਕਿ ਵੀ ਹਾਏ ਹਾਏ ਇਹ ਮੈਂ ਕਿਉਂ ਕਰ ਲਿਆ, ਨਹੀਂ ਸੀ ਕਰਨਾ। ਕਦੇ ਕਦੇ ਤੇ ਮਨ ਉੱਤੇ ਚੜ੍ਹ ਜਾਂਦਾ, ਉਹ ਕੱਬੀ ਚੜ੍ਹੇ ਊ ਪਿਆਲੇ, ਤੇ ਕਦੀ ਜਿਹੜਾ ਹੈ ਉਹ ਸਾਨੂੰ ਗਰਤ ਵਿੱਚ ਸੁੱਟ ਦਿੰਦਾ। ਸੋ ਕਹਿਣ ਤੋਂ ਭਾਵ ਕਿ ਦੁਬਿਧਾ ਕਿਹਦੀ ਮਰੀ ਹੈ? ਜੋ ਗੁਰਮੁਖ ਨਾਮ ਤੇ ਆਏਂਗੇ, ਉਹਦੀ ਦੁਬਿਧਾ ਦੂਰ ਹੁੰਦੀ ਹੈ। ਇਸੇ ਕਰਕੇ ਮਨੁੱਖ ਨੂੰ ਸਤ ਸੰਗਤ ਵਿੱਚ ਬੈਠਣ ਲਈ ਕਿਹਾ ਗਿਆ ਗੁਰਬਾਣੀ 'ਚ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਸੋ ਇਹ ਦੁਬਿਧਾ ਕਿਵੇਂ ਦੂਰ ਹੋਏਗੀ?
ਜਦੋਂ ਆਪਾਂ ਸਤਸੰਗ ਵਿੱਚ ਆਵਾਂਗੇ। ਬਾਣੀ ਮਹਾਂਪੁਰਖਾਂ ਦੇ ਮੁਖ ਤੋਂ ਸੁਣਾਂਗੇ, ਜਿਨ੍ਹਾਂ ਨੇ ਬਾਣੀ 'ਤੇ ਅਮਲ ਕੀਤਾ, ਉਹਨਾਂ ਦੇ ਰਾਹਾਂ 'ਤੇ ਚੱਲਾਂਗੇ ਤੇ ਅਸੀਂ ਸੁਖੈਨ ਹੀ ਇਹ ਸੰਸਾਰ ਭਵਸਾਗਰ ਤੋਂ ਪਾਰ ਹੋ ਜਾਵਾਂਗੇ। ਸੋ ਅੱਜ ਦਾ ਐਪੀਸੋਡ ਆਈ ਹੋਪ ਤੁਹਾਨੂੰ ਚੰਗਾ ਲੱਗਾ ਹੋਵੇਗਾ। ਤੋ ਅਗਲੀ ਵਾਰ ਅਸੀਂ ਇੱਕ ਡਿਫਰੈਂਟ ਵਿਸ਼ੇ ਨਾਲ ਤੁਹਾਨੂੰ ਮਿਲਾਂਗੇ। ਸੋ ਥੈਂਕ ਯੂ ਡਾਕਟਰ ਹਰਜੀਤ ਕੌਰ ਜੀ। ਸੋ ਫਿਰ ਤੁਹਾਨੂੰ ਦਰਸ਼ਕੋ ਦੁਬਾਰਾ ਮਿਲਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।